ਹੈਲੋ ਬੱਚੋ, ਹੁਣ ਅਸੀਂ ਕਲਾਸ 10ਵੀਂ ਸਾਹਿਤਕ ਇਹਨਾਂ ਭਾਗ 2 ਲੈਸਨ ਨੰਬਰ 16 ਕਲਾਤਮਕ ਰੁਚੀਆਂ ਪ੍ਰਕਿਰਤੀ ਅਤੇ ਪਹਿਚਾਣ ਦੇ ਪ੍ਰਸ਼ਨ ਉੱਤਰ ਕਰਾਂਗੇ। ਇਹ ਲੈਸਨ ਡਾਕਟਰ ਦੇਵਿੰਦਰ ਸੈਫੀ ਦਾ ਲਿਖਿਆ ਹੋਇਆ ਹੈ। ਪ੍ਰਸ਼ਨ ਨੰਬਰ 1, ਊਰਜਾ ਮਨੁੱਖ ਅੰਦਰ ਕਿਹੋ ਜਿਹੀ ਭੂਮਿਕਾ ਨਿਭਾਉਂਦੀ ਹੈ? ਉੱਤਰ, ਮਨੁੱਖ ਅੰਦਰ ਊਰਜਾ ਦਾ ਵੱਡਾ ਭੰਡਾਰ ਹੁੰਦਾ ਹੈ ਅਤੇ ਇਹ ਮਨੁੱਖ ਅੰਦਰ ਜੀਵਨ ਦੀ ਭੂਮਿਕਾ ਨਿਭਾਉਂਦੀ ਹੈ। ਹਰ ਮਨੁੱਖ ਅੰਦਰ ਊਰਜਾ ਹੁੰਦੀ ਹੈ ਅਤੇ ਉਸਨੂੰ ਆਪਣੀ ਊਰਜਾ ਨੂੰ ਪਹਿਚਾਨਣ ਦੀ ਲੋੜ ਹੈ, ਜਿਸ ਨਾਲ ਉਹ ਤਰੱਕੀ ਕਰ ਸਕਦਾ ਹੈ। ਪ੍ਰਸ਼ਨ ਨੰਬਰ 2, ਕਲਾ ਸਾਨੂੰ ਕਿਸ ਨਾਲ ਜੋੜਦੀ ਹੈ? ਉੱਤਰ, ਕਲਾ ਸਾਨੂੰ ਆਪਣੇ ਆਪ ਤੋਂ ਤੋੜ ਕੇ ਸਮਾਜ ਨਾਲ ਜੋੜਦੀ ਹੈ। ਪ੍ਰਸ਼ਨ ਨੰਬਰ 3, ਵਾਦ ਵਿਵਾਦ ਪ੍ਰਤੀਯੋਗਿਤਾ ਕਰਨ ਲਈ ਕਿਹੜੀ ਬੁੱਧੀ ਦੀ ਲੋੜ ਹੁੰਦੀ ਹੈ? ਉੱਤਰ, ਵਾਦ ਵਿਵਾਦ ਪ੍ਰਤੀਯੋਗਿਤਾ ਲਈ ਤਾਰਕਿਕ ਬੁੱਧੀ ਦੀ ਲੋੜ ਹੁੰਦੀ ਹੈ, ਜਿਸ ਨੂੰ ਗਣਿਤ ਵੀ ਕਹਿੰਦੇ ਹਨ। ਪ੍ਰਸ਼ਨ ਨੰਬਰ 4, ਤਾਲਮੇਲ ਬੁੱਧੀ ਤੋਂ ਕੀ ਭਾਵ ਹੈ? ਉੱਤਰ, ਪੇਜ ਨੰਬਰ 90 6 ਨੰਬਰ 'ਤੇ ਲਿਖਿਆ ਹੋਇਆ ਹੈ। ਤਾਲਮੇਲ ਬੁੱਧੀ ਇਸ ਬੁੱਧੀ ਦਾ ਸੰਬੰਧ ਆਪਸੀ ਸੰਬੰਧਾਂ ਵਿੱਚ ਗਹਿਰਾਈ, ਸਮਝ ਅਤੇ ਵਿਸ਼ਾਲਤਾ ਲਿਆਉਣ ਦੀ ਯੋਗਤਾ ਨਾਲ ਹੈ। ਇਸ ਵਿੱਚ ਦੱਸਿਆ ਹੈ ਕਿ ਤੁਸੀਂ ਦੂਸਰੇ ਵਿਅਕਤੀ ਨਾਲ ਕਿੰਨਾ ਕੁ ਮਧੁਰ ਸੰਬੰਧ ਬਣਾਉਂਦੇ ਹੋ ਅਤੇ ਦੂਸਰਾ ਵਿਅਕਤੀ ਜੇ ਤੁਹਾਡੇ ਖਿਲਾਫ ਬੋਲਦਾ ਹੈ ਤਾਂ ਤੁਸੀਂ ਕਿੰਨਾ ਕੁ ਸਬਰ ਰੱਖ ਸਕਦੇ ਹੋ ਅਤੇ ਤੁਸੀਂ ਦੂਜਿਆਂ ਦੀਆਂ ਪਰਿਸਥਿਤੀਆਂ ਦੇਖਦੇ ਹੋਏ ਉਸ ਦੀ ਸਮੱਸਿਆ ਦਾ ਸਮਾਧਾਨ ਕਰ ਸਕਦੇ ਹੋ ਅਤੇ ਤੁਸੀਂ ਦੂਸਰੇ ਦੇ ਵਿਚਾਰਾਂ ਨਾਲ ਕਿੰਨੇ ਕੁ ਸਹਿਮਤ ਹੋ ਕਿ ਉਸ ਨਾਲ ਤੁਸੀਂ ਮਿਲ ਕੇ ਚੱਲ ਸਕਦੇ ਹੋ ਅਤੇ ਕਾਮਯਾਬੀ ਹਾਸਲ ਕਰ ਸਕਦੇ ਹੋ। ਇਹ ਸਾਰੇ ਵਿਚਾਰ ਤੁਸੀਂ ਆਪਣੀ ਬੁੱਧੀ ਵਿੱਚੋਂ ਪ੍ਰਗਟ ਕਰਕੇ ਸਮਾਜ ਵਿੱਚ ਇੱਕ ਚੰਗਾ ਤਾਲਮੇਲ ਬਣਾ ਸਕਦੇ ਹੋ ਅਤੇ ਕਿਸੇ ਨਾਲ ਵੀ ਮਿਲ ਕੇ ਕੰਮ ਕਰਨ ਦੇ ਯੋਗ ਬਣ ਸਕਦੇ ਹੋ। ਪ੍ਰਸ਼ਨ ਨੰਬਰ 5, ਬਹੁਬੁੱਧੀ ਦੇ ਸਿਧਾਂਤ ਦਾ ਨਿਰਮਾਤਾ ਕੌਣ ਹੈ? ਇਹ ਉੱਤਰ ਪੇਜ ਨੰਬਰ 88 ਚੌਥੇ ਪੈਰੇ ਦੀ ਪਹਿਲੀ ਲਾਈਨ 'ਤੇ ਹੈ। ਉੱਤਰ ਹੈ ਹਾਰਵਰਡ ਗ੍ਰੈਜੂਏਟ ਸਕੂਲ ਆਫ ਐਜੂਕੇਸ਼ਨ ਦੇ ਪ੍ਰੋਫੈਸਰ ਮਨੋਵਿਗਿਆਨਿਕ ਗਾਰਡਨਰ ਇਸ ਸਿਧਾਂਤ ਦਾ ਨਿਰਮਾਤਾ ਹੈ। ਪ੍ਰਸ਼ਨ ਨੰਬਰ 6, ਸੰਗੀਤਕ ਬੁੱਧੀ ਵਿਅਕਤੀ ਵਿੱਚ ਕਿਸ ਤਰ੍ਹਾਂ ਦਾ ਨਿਖਾਰ ਲਿਆ ਸਕਦੀ ਹੈ? ਉੱਤਰ, ਇਹ ਪੇਜ ਨੰਬਰ 89 ਲਾਸਟ ਪੈਰੇ ਵਿੱਚ ਹੈ। ਨੰਬਰ 4, ਸੰਗੀਤਕ ਰੁਚੀ ਦਾ ਸੰਬੰਧ ਵਿਅਕਤੀ ਦੀ ਸੰਗੀਤਕ ਰੁਚੀ ਤੇ ਕਾਬਲੀਅਤ ਨਾਲ ਹੁੰਦਾ ਹੈ। ਸਾਨੂੰ ਵੱਖ-ਵੱਖ ਧੁਨਾਂ ਆਕਰਸ਼ਿਤ ਕਰਦੀਆਂ ਹਨ ਅਤੇ ਅਸੀਂ ਇਸ ਸੰਗੀਤ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਸਮਰੱਥਾ ਰੱਖਦੇ ਹਾਂ। ਜਿਵੇਂ ਕਿ ਅਸੀਂ ਚੱਲਦੇ ਫਿਰਦੇ ਘਰ ਦੇ ਵਿੱਚ ਡੱਬੇ ਉੱਤੇ ਜਾਂ ਟੇਬਲ ਉੱਤੇ ਢੋਲਕ ਵਜਾਉਣ ਲੱਗ ਪੈਂਦੇ ਹਾਂ ਅਤੇ ਅਸੀਂ ਪੰਛੀਆਂ, ਪੱਤਿਆਂ, ਝਰਨਿਆਂ ਦੀਆਂ ਆਵਾਜ਼ਾਂ ਵੱਲ ਵਿਸ਼ੇਸ਼ ਧਿਆਨ ਦਿੰਦੇ ਹਾਂ, ਸਾਨੂੰ ਬੜੇ ਚੰਗੇ ਲੱਗਦੇ ਹਨ। ਇਸ ਤਰ੍ਹਾਂ ਸਾਨੂੰ ਵੀ ਆਪਣੇ ਕਾਬਲੀਅਤ ਨੂੰ ਜਗਾਉਣਾ ਚਾਹੀਦਾ ਹੈ ਅਤੇ ਆਪਣੀ ਸੰਗੀਤਕ ਬੁੱਧੀ ਦੇ ਨਾਲ ਆਪਣੇ ਅੰਦਰ ਦੀ ਸ਼ਕਤੀ ਨੂੰ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ। ਪ੍ਰਸ਼ਨ ਨੰਬਰ 7, ਲੇਖਕ ਨੇ ਮਨੁੱਖੀ ਊਰਜਾ ਦੀ ਕਿਸ ਨਾਲ ਤੁਲਨਾ ਕੀਤੀ ਹੈ? ਉੱਤਰ, ਲੇਖਕ ਨੇ ਮਨੁੱਖੀ ਊਰਜਾ ਦੀ ਤੁਲਨਾ ਇੱਕ ਬੰਨ੍ਹ ਨਾਲ ਕੀਤੀ ਹੈ। ਜੇ ਬੰਨ੍ਹ ਲਾ ਕੇ ਪਾਣੀ ਨੂੰ ਰੋਕ ਲਿਆ ਜਾਵੇ ਤਾਂ ਊਰਜਾ ਇਕੱਠੀ ਹੋ ਜਾਂਦੀ ਹੈ, ਪਾਣੀ ਨੂੰ ਇਕੱਠਾ ਕੀਤਾ ਜਾ ਸਕਦਾ ਹੈ ਅਤੇ ਜੇ ਅਸੀਂ ਬੰਨ੍ਹ ਨੂੰ ਖੋਲ੍ਹ ਦਿੰਦੇ ਹਾਂ ਤਾਂ ਪਾਣੀ ਇੱਧਰ ਉੱਧਰ ਬਿਖਰ ਜਾਵੇਗਾ। ਕਹਿਣ ਦਾ ਭਾਵ ਹੈ ਕਿ ਮਨੁੱਖੀ ਊਰਜਾ ਨੂੰ ਵੀ ਅਸੀਂ ਇਕੱਠੀ ਕਰਕੇ ਕਿਸੇ ਚੰਗੇ ਪਾਸੇ ਲਾ ਦਈਏ ਤਾਂ ਅਸੀਂ ਕਾਮਯਾਬੀ ਹਾਸਲ ਕਰਦੇ ਹਾਂ। ਜੇਕਰ ਅਸੀਂ ਇਹੀ ਊਰਜਾ ਕਿਸੇ ਗਲਤ ਪਾਸੇ ਲਾ ਦਈਏ ਤਾਂ ਬਰਬਾਦੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਚੋ, ਇਹ ਜਿਹੜਾ ਬੰਨ੍ਹ ਅੱਖਰ ਵਰਤਿਆ ਹੈ ਇਹ ਲੈਸਨ ਦੇ ਸਟਾਰਟਿੰਗ ਵਿੱਚ ਪੇਜ ਨੰਬਰ 87 ਦੀ ਰਾਈਟ ਸਾਈਡ 'ਤੇ ਦੂਜੇ ਨੰਬਰ ਔਖੇ ਸ਼ਬਦਾਂ ਵਿੱਚ ਲਿਖਿਆ ਹੋਇਆ ਹੈ। ਬੱਬੇ ਉੱਪਰ ਟਿੱਪੀ ਨੰਨਾ, ਬੰਨ੍ਹ ਪਾਣੀ ਨੂੰ ਰੋਕਣ ਲਈ ਬਣਾਈ ਉੱਚੀ ਮੋਟੀ ਕੰਧ। ਪ੍ਰਸ਼ਨ ਨੰਬਰ 8, 8 ਤਰ੍ਹਾਂ ਦੀ ਬੁੱਧੀ ਦੇ ਨਾਂ ਦੱਸੋ? ਉੱਤਰ ਪੇਜ ਨੰਬਰ 88 ਦੇ ਲਾਸਟ ਪੈਰੇ ਵਿੱਚ। ਨੰਬਰ 1, ਭਾਸ਼ਾਗਤ ਬੁੱਧੀ। ਨੰਬਰ 2, ਤਾਰਕਿਕ ਗਣਿਤਕ ਬੁੱਧੀ। ਨੰਬਰ 3, ਦ੍ਰਿਸ਼ਟੀਗਤ ਸਪੇਸ਼ਗਤ ਬੁੱਧੀ। 4, ਸੰਗੀਤਕ ਰੁਚੀ।
ਨੰਬਰ 5 ਸਰੀਰਗਤ ਬੁੱਧੀ। ਨੰਬਰ 6 ਤਾਲਮੇਲ ਬੁੱਧੀ। ਨੰਬਰ 7 ਸਵੈਮੁਖੀ ਬੁੱਧੀ। ਨੰਬਰ 8 ਪ੍ਰਕਿਰਤੀਗਤ ਬੁੱਧੀ। ਇਸ ਤਰ੍ਹਾਂ 8 ਤਰ੍ਹਾਂ ਦੀ ਬੁੱਧੀ ਦੇ ਨਾਮ ਹਨ। ਹੁਣ ਅਸੀਂ ਕਲਾਸ 10ਵੀਂ ਸਾਹਿਤਕ ਰੰਗ ਲੈਸਨ 7 ਬੀਬੀ ਭਾਨੀ ਜੀ ਦੇ ਕੁਐਸਚਨ ਆਨਸਰ ਕਰਾਂਗੇ। ਪ੍ਰਸ਼ਨ ਨੰਬਰ 1 ਬੀਬੀ ਭਾਨੀ ਜੀ ਦੇ ਮੁੱਢਲੇ ਜੀਵਨ ਉੱਤੇ ਰੋਸ਼ਨੀ ਪਾਓ। ਉੱਤਰ ਬੀਬੀ ਭਾਨੀ ਜੀ ਦਾ ਜਨਮ ਗੁਰੂ ਅਮਰਦਾਸ ਜੀ ਦੇ ਘਰ ਹੋਇਆ ਅਤੇ ਇਹਨਾਂ ਦੀ ਮਾਤਾ ਦਾ ਨਾਮ ਮਨਸਾ ਦੇਵੀ ਸੀ। ਇਹਨਾਂ ਦਾ ਜਨਮ 1590 ਈਸਵੀ ਵਿੱਚ ਬਾਸਰਕੇ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਬਚਪਨ ਤੋਂ ਹੀ ਬੀਬੀ ਜੀ ਆਪਣੇ ਪਿਤਾ ਦੀ ਸੇਵਾ ਵਿੱਚ ਲੱਗੇ ਰਹਿੰਦੇ ਸਨ। ਉਹ ਬਹੁਤ ਨਿਮਰ, ਸੇਵਾ ਭਾਵ, ਸ਼ਰਧਾ, ਪਿਆਰ ਵਾਲੇ ਸਨ। ਉਹ ਗੁਰੂ ਜੀ ਦੀ ਭਗਤੀ ਕਰਨ ਵਾਲੇ ਸਨ। ਉਹਨਾਂ ਦਾ ਸੇਵਾ ਭਾਵ ਇੰਨਾ ਸੀ ਕਿ ਬਚਪਨ ਵਿੱਚ ਉਹਨਾਂ ਦੇ ਪਿਤਾ ਇਸ਼ਨਾਨ ਕਰ ਰਹੇ ਸਨ ਤਾਂ ਉਹਨਾਂ ਦੀ ਚੌਂਕੀ ਦਾ ਪਾਵਾ ਟੁੱਟ ਜਾਂਦਾ ਹੈ। ਬੇਬੇ ਭਾਨੀ ਜੀ ਦੇਖ ਕੇ ਉਸ ਦੇ ਨੀਚੇ ਆਪਣਾ ਹੱਥ ਰੱਖ ਦਿੰਦੇ ਹਨ। ਪ੍ਰਸ਼ਨ ਨੰਬਰ 2 ਸਿੱਖ ਧਰਮ ਵਿੱਚ ਗੁਰੂ ਪਤਨੀ ਨੂੰ ਕਿਹੜੇ ਨਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ। ਉੱਤਰ ਸਿੱਖ ਧਰਮ ਵਿੱਚ ਗੁਰੂ ਪਤਨੀ ਨੂੰ ਗੁਰੂ ਮਹਿਲ ਦੇ ਨਾਮ ਨਾਲ ਸੰਬੋਧਨ ਕੀਤਾ ਜਾਂਦਾ ਹੈ। ਪ੍ਰਸ਼ਨ ਨੰਬਰ 3 ਬੀਬੀ ਭਾਨੀ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ। ਉੱਤਰ ਬੀਬੀ ਭਾਨੀ ਜੀ ਦਾ ਜਨਮ 1590 ਈਸਵੀ ਵਿੱਚ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਪ੍ਰਸ਼ਨ ਨੰਬਰ 4 ਬੀਬੀ ਭਾਨੀ ਜੀ ਦੇ ਪਿਤਾ, ਪਤੀ, ਪੁੱਤਰ ਅਤੇ ਪੋਤਰੇ ਦਾ ਕੀ ਨਾਂ ਸੀ। ਕ੍ਰਮਵਾਰ ਦੱਸੋ ਕਿ ਉਹ ਸਿੱਖਾਂ ਦੇ ਕਿਹੜੇ ਗੁਰੂ ਸਾਹਿਬ ਹਨ। ਉੱਤਰ ਬੀਬੀ ਭਾਨੀ ਜੀ ਦੇ ਪਿਤਾ ਗੁਰੂ ਅਮਰਦਾਸ ਜੀ, ਪਤੀ ਜੇਠਾ ਗੁਰੂ ਰਾਮਦਾਸ ਜੀ, ਪੁੱਤਰ ਗੁਰੂ ਅਰਜਨ ਦੇਵ ਜੀ ਅਤੇ ਪੋਤਰੇ ਦਾ ਨਾਂ ਗੁਰੂ ਹਰਿਗੋਬਿੰਦ ਜੀ ਸਨ। ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ, ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ, ਗੁਰੂ ਅਰਜਨ ਦੇਵ ਜੀ ਪੰਜਵੇਂ ਗੁਰੂ ਅਤੇ ਗੁਰੂ ਹਰਗੋਬਿੰਦ ਸਿੰਘ ਜੀ ਸਿੱਖਾਂ ਦੇ 6ਵੇਂ ਗੁਰੂ ਸਨ। ਪ੍ਰਸ਼ਨ ਨੰਬਰ 5 ਬੀਬੀ ਭਾਨੀ ਜੀ ਕਿਹੜੇ ਗੁਣਾਂ ਦੇ ਧਾਰਨੀ ਸਨ। ਉੱਤਰ ਬੀਬੀ ਭਾਨੀ ਜੀ ਸੇਵਾ ਭਾਵ ਰੱਖਣ ਵਾਲੇ, ਮਿਹਨਤੀ, ਸ਼ਰਧਾ, ਪਿਆਰ ਅਤੇ ਵਿਸ਼ਵਾਸ, ਬਹਾਦਰ ਅਤੇ ਸਬਰ, ਸੰਤੋਖ ਤੇ ਭਗਤੀ ਵਾਲੇ ਸਨ। ਉਹ ਸਦਾ ਹੀ ਭਗਤੀ ਵਿੱਚ ਲੀਨ ਰਹਿੰਦੇ ਸਨ। ਪ੍ਰਸ਼ਨ ਨੰਬਰ 6 ਬੀਬੀ ਭਾਨੀ ਜੀ ਨੇ ਕਿਸ ਤੋਂ ਤੇ ਕਦੋਂ ਵਰ ਮੰਗਿਆ। ਉੱਤਰ ਜੀ ਤੋਂ ਇਹ ਵਰ ਮੰਗਿਆ ਕਿ ਗੁਰੂ ਪਰੰਪਰਾ ਉਹਨਾਂ ਦੇ ਵੰਸ਼ ਵਿੱਚ ਹੀ ਚੱਲਦੀ ਰਹੇ। ਹੁਣ ਅਸੀਂ ਸਾਹਿਤਕ ਰੰਗ ਭਾਗ 2 ਦੇ ਪਾਠ 9 ਅਣਥਕ ਵਿਗਿਆਨੀ ਡਾਕਟਰ ਅਬਦੁਲ ਕਲਾਮ ਕਰਾਂਗੇ। ਪਿਆਰੇ ਬੱਚੋ, ਇਸ ਪਾਠ ਦੇ ਪ੍ਰਸ਼ਨ ਉੱਤਰ ਕਰਨ ਤੋਂ ਪਹਿਲਾਂ ਸ਼ੇਅਰ, ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਦੇਵੋ ਤਾਂ ਕਿ ਆਉਣ ਵਾਲੀ ਨੈਕਸਟ ਵੀਡੀਓਜ਼ ਤੁਹਾਨੂੰ ਜ਼ਰੂਰ ਮਿਲ ਸਕਣ। ਪ੍ਰਸ਼ਨ ਨੰਬਰ 1 ਡਾਕਟਰ ਕਲਾਮ ਨੇ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕਿੱਥੋਂ ਕੀਤੀ। 1960 ਈਸਵੀ ਵਿੱਚ ਡਾਕਟਰ ਕਲਾਮ ਨੇ ਇੱਕ ਛੋਟਾ ਹੋਵਰਕਰਾਫਟ ਬਣਾਇਆ ਜਿਸ ਨੂੰ ਪਾਣੀ ਜਾਂ ਜ਼ਮੀਨ ਦੇ ਨੇੜੇ ਉੱਡ ਸਕਣ ਵਾਲਾ ਜਹਾਜ਼ ਆਖਦੇ ਹਨ, ਦਾ ਨਿਰਮਾਣ ਕਰਕੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕੀਤੀ। ਪ੍ਰਸ਼ਨ ਨੰਬਰ 2 ਡਾਕਟਰ ਕਲਾਮ ਦੀ ਮੌਤ ਕਦੋਂ ਤੇ ਕਿੰਨੀ ਉਮਰ ਵਿੱਚ ਹੋਈ। ਉੱਤਰ ਡਾਕਟਰ ਕਲਾਮ ਦੀ ਮੌਤ 27 ਜੁਲਾਈ 2015 ਨੂੰ ਜਦ ਉਹ 83 ਸਾਲ ਦੇ ਸਨ। ਪ੍ਰਸ਼ਨ ਨੰਬਰ 3 ਡਾਕਟਰ ਅਬਦੁਲ ਕਲਾਮ ਦੀ ਰਹਿਣੀ ਬਹਿਣੀ ਕਿਹੋ ਜਿਹੀ ਸੀ। ਉੱਤਰ ਡਾਕਟਰ ਅਬਦੁਲ ਕਲਾਮ ਸਾਦੇ ਵਿਚਾਰਾਂ ਵਾਲੇ, ਸਾਦਗੀ ਪਸੰਦ ਸਨ। ਉਹ ਟੀਵੀ ਨਹੀਂ ਦੇਖਦੇ ਸਨ ਅਤੇ ਗਰੀਬਾਂ ਦੇ ਮਸੀਹਾ ਸਨ। ਉਹ ਸਵੇਰੇ ਹੀ ਜਲਦੀ ਜਾਗ ਜਾਂਦੇ ਸਨ। ਪ੍ਰਸ਼ਨ ਨੰਬਰ 4 ਧਰਮ ਬਾਰੇ ਡਾਕਟਰ ਕਲਾਮ ਦੇ ਕੀ ਵਿਚਾਰ ਸਨ। ਉੱਤਰ ਧਰਮ ਬਾਰੇ ਡਾਕਟਰ ਕਲਾਮ ਦੇ ਵਿਚਾਰ ਬਹੁਤ ਚੰਗੇ ਸਨ। ਉਹਨਾਂ ਦਾ ਮੰਨਣਾ ਸੀ ਕਿ ਮਹਾਨ ਲੋਕਾਂ ਲਈ ਧਰਮ ਦੋਸਤ ਬਣਾਉਣ ਦਾ ਇੱਕ ਮਾਧਿਅਮ ਹੈ।
ਜਦ ਕਿ ਛੋਟੀ ਸੋਚ ਵਾਲੇ ਲੋਕਾਂ ਲਈ ਇਹ ਲੜਨ ਦਾ ਸਾਧਨ ਹੈ। ਉਹਨਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਪਣੇ ਧਰਮ ਨੂੰ ਬਰਕਰਾਰ ਰੱਖਣ ਲਈ ਅਤੇ ਉਸ ਨੂੰ ਅੱਗੇ ਵਧਾਉਣ ਲਈ ਦੂਜਿਆਂ ਨੂੰ ਮਾਰਨਾ ਨਹੀਂ ਚਾਹੀਦਾ। ਉਹਨਾਂ ਦੀ ਕੁਰਾਨ ਸ਼ਰੀਫ ਵਿੱਚ ਬਹੁਤ ਆਸਥਾ ਸੀ ਅਤੇ ਹਿੰਦੂ ਧਰਮ ਤੋਂ ਉਹ ਕਾਫੀ ਵਾਕਫ ਸਨ। ਉਹ ਸ਼ਾਕਾਹਾਰੀ ਸਨ ਅਤੇ ਉਹਨਾਂ ਨੇ ਕੁਰਾਨ ਸ਼ਰੀਫ ਭਗਵਦ ਗੀਤਾ ਵੀ ਪੜ੍ਹੀ। ਸਾਰੇ ਧਰਮਾਂ ਬਾਰੇ ਉਹਨਾਂ ਦੇ ਬਹੁਤ ਨੇਕ ਵਿਚਾਰ ਸਨ। ਪ੍ਰਸ਼ਨ ਨੰਬਰ 5, ਦੇਸ਼ ਦੀ ਤਰੱਕੀ ਲਈ ਡਾਕਟਰ ਅਬਦੁਲ ਕਲਾਮ ਨੇ ਕਿਹਨਾਂ ਚੀਜ਼ਾਂ ਨੂੰ ਜ਼ਰੂਰੀ ਦੱਸਿਆ? ਉੱਤਰ ਪੇਜ ਨੰਬਰ 83 'ਤੇ ਹੈ। ਇਹ 8ਵੀਂ ਲਾਈਨ ਹੈ, ਜਿਸ ਵਿੱਚ ਦੱਸਿਆ ਹੈ ਕਿ ਦੇਸ਼ ਦੀ ਤਰੱਕੀ ਲਈ 5 ਚੀਜ਼ਾਂ ਨੂੰ ਜ਼ਰੂਰੀ ਸਮਝਿਆ ਗਿਆ ਹੈ। ਨੰਬਰ 1, ਖੇਤੀਬਾੜੀ ਅਤੇ ਖੁਰਾਕੀ ਵਸਤਾਂ। ਨੰਬਰ 2, ਸਿੱਖਿਆ ਅਤੇ ਸਿਹਤ। ਨੰਬਰ 3, ਸੂਚਨਾ ਅਤੇ ਸੰਚਾਰ ਟੈਕਨੋਲੋਜੀ। ਨੰਬਰ 4, ਦੇਸ਼ ਦੇ ਹਰ ਹਿੱਸੇ ਲਈ ਭਰੋਸੇਯੋਗ ਅਤੇ ਮਿਆਰੀ ਬਿਜਲੀ ਊਰਜਾ। ਨੰਬਰ 5, ਸੜਕੀ ਆਵਾਜਾਈ ਦਾ ਬੁਨਿਆਦੀ ਢਾਂਚਾ ਅਤੇ ਅਹਿਮ ਟੈਕਨੋਲੋਜੀਆਂ ਵਿੱਚ ਸਵੈ ਨਿਰਭਰਤਾ। ਦੇਸ਼ ਦੀ ਤਰੱਕੀ ਵਾਸਤੇ ਇਹ ਚੀਜ਼ਾਂ ਜ਼ਰੂਰੀ ਹਨ। ਪ੍ਰਸ਼ਨ ਨੰਬਰ 6, ਡਾਕਟਰ ਕਲਾਮ ਨੇ BA ਦੀ ਪੜ੍ਹਾਈ ਕਿੱਥੋਂ ਕੀਤੀ? ਉੱਤਰ, ਡਾਕਟਰ ਕਲਾਮ ਨੇ ਤਾਮਿਲਨਾਡੂ ਦੇ ਸੇਂਟ ਜੋਸਫ ਕਾਲਜ ਤ੍ਰਿਚੁਲਾਪੱਲੀ ਵਿੱਚੋਂ ਪੜ੍ਹਾਈ ਕੀਤੀ। ਪ੍ਰਸ਼ਨ ਨੰਬਰ 7, ਕਲਾਮ ਸਾਹਿਬ ਉੱਪਰ ਉਹਨਾਂ ਦੇ ਪਿਤਾ ਦੀਆਂ ਕਿਹੜੀਆਂ ਗੱਲਾਂ ਦਾ ਪ੍ਰਭਾਵ ਪਿਆ? ਉੱਤਰ, ਉਹਨਾਂ ਦੇ ਪਿਤਾ ਨੇ ਆਪਣੇ ਬੱਚਿਆਂ ਵਿੱਚ ਧਾਰਮਿਕ ਸੰਸਕਾਰ ਕੁੱਟ-ਕੁੱਟ ਕੇ ਭਰੇ ਹੋਏ ਸਨ। ਉਹ ਧਰਮ, ਵਿਸ਼ਵਾਸ, ਪ੍ਰਵਚਨ ਮਤਲਬ ਸਤਸੰਗ ਵਾਲੇ ਗੁਣਾਂ ਤੋਂ ਬਹੁਤ ਪ੍ਰਭਾਵਿਤ ਸਨ। ਦੇਸ਼ ਦੇ ਧਾਰਮਿਕ, ਸਮਾਜਿਕ ਅਤੇ ਸਿਆਸੀ ਨੇਤਾਵਾਂ ਵਿਚਕਾਰ ਗੱਲਬਾਤ ਅਤੇ ਪ੍ਰਵਚਨ ਦੀ ਗੁੜਤੀ ਉਹਨਾਂ ਨੂੰ ਘਰ ਵਿੱਚੋਂ ਹੀ ਪ੍ਰਾਪਤ ਹੋਈ ਸੀ। ਉਹਨਾਂ ਦਾ ਮੰਨਣਾ ਸੀ ਕਿ ਆਪਣੇ ਧਰਮ ਨੂੰ ਬਚਾਉਣ ਦੀ ਖਾਤਰ ਅਤੇ ਅੱਗੇ ਵਧਾਉਣ ਦੀ ਖਾਤਰ ਦੂਜਿਆਂ ਨੂੰ ਮਾਰਨਾ ਨਹੀਂ ਚਾਹੀਦਾ। ਪ੍ਰਸ਼ਨ ਨੰਬਰ 8, ਡਾਕਟਰ ਕਲਾਮ ਨੂੰ ਭਾਰਤ ਦੇ ਕਿਹੜੇ ਵੱਡੇ ਸਨਮਾਨ ਹਾਸਲ ਹੋਏ? ਉੱਤਰ, ਡਾਕਟਰ ਕਲਾਮ ਨੂੰ ਭਾਰਤ ਰਤਨ, ਪਦਮ ਭੂਸ਼ਣ ਆਦਿ ਭਾਰਤ ਦੇ ਵੱਡੇ ਸਨਮਾਨ ਪ੍ਰਾਪਤ ਹੋਏ। ਹੁਣ ਅਸੀਂ ਪੰਜਾਬੀ ਕਿਤਾਬ ਸਾਹਿਤਕ ਕਿਰਨਾਂ ਭਾਗ 2 ਦੀ ਸੈਕਿੰਡ ਕਵਿਤਾ ਰੁੱਖਾਂ ਬਾਝੋਂ ਧਰਤੀ, ਇਸ ਦੇ ਪ੍ਰਸ਼ਨ ਉੱਤਰ ਕਰਾਂਗੇ। ਪ੍ਰਸ਼ਨ ਨੰਬਰ 1, ਮਾਨਵਤਾ ਦੀ ਸੇਵਾ ਕਰਨ ਲਈ ਕੌਣ ਧਰਤੀ ਸੰਗ ਹੋਂਦ ਵਿੱਚ ਆਏ? ਉੱਤਰ, ਰੁੱਖ ਹੋਂਦ ਵਿੱਚ ਆਏ। ਪ੍ਰਸ਼ਨ ਨੰਬਰ 2, ਰੁੱਖ ਸਾਡਾ ਵਾਤਾਵਰਨ ਕਿਵੇਂ ਸ਼ੁੱਧ ਕਰਦੇ ਹਨ? ਉੱਤਰ, ਰੁੱਖ ਸਾਨੂੰ ਆਕਸੀਜਨ ਦਿੰਦੇ ਹਨ ਅਤੇ ਕਾਰਬਨ ਡਾਈਆਕਸਾਈਡ ਆਪਣੇ ਵਿੱਚ ਲੈ ਲੈਂਦੇ ਹਨ ਅਤੇ ਇਸ ਤਰ੍ਹਾਂ ਸਾਡਾ ਵਾਤਾਵਰਨ ਸ਼ੁੱਧ ਕਰਦੇ ਹਨ। ਪ੍ਰਸ਼ਨ ਨੰਬਰ 3, ਮੁਟਿਆਰਾਂ ਦੇ ਜੀਵਨ ਵਿੱਚ ਰੁੱਖਾਂ ਦੀ ਕੀ ਮਹੱਤਤਾ ਹੈ? ਉੱਤਰ, ਮੁਟਿਆਰਾਂ ਤੀਆਂ ਦੇ ਦਿਨਾਂ ਵਿੱਚ ਰੁੱਖਾਂ 'ਤੇ ਪੀਂਘਾਂ ਪਾਉਂਦੀਆਂ ਹਨ ਅਤੇ ਝੂਲੇ ਝੂਟਦੀਆਂ ਹਨ ਅਤੇ ਖੁਸ਼ੀਆਂ ਮਨਾਉਂਦੀਆਂ ਹਨ। ਪ੍ਰਸ਼ਨ ਨੰਬਰ 4, ਧਰਤੀ ਅਤੇ ਰੁੱਖ ਦੇ ਸਾਥ ਦੀ ਕਿਹੜੇ ਰਿਸ਼ਤੇ ਨਾਲ ਤੁਲਨਾ ਕੀਤੀ ਗਈ ਹੈ? ਉੱਤਰ, ਇਸ ਵਿੱਚ ਧਰਤੀ ਨੂੰ ਮਾਂ ਦੱਸਿਆ ਗਿਆ ਹੈ ਅਤੇ ਰੁੱਖਾਂ ਨੂੰ ਉਸਦੇ ਬੱਚੇ। ਜਿਵੇਂ ਮਾਂ ਬਿਨਾਂ ਬੱਚੇ ਨਹੀਂ ਰਹਿ ਸਕਦੇ, ਉਸੇ ਤਰ੍ਹਾਂ ਧਰਤੀ ਰੁੱਖਾਂ ਬਿਨਾਂ ਅਧੂਰੀ ਹੈ। ਪ੍ਰਸ਼ਨ ਨੰਬਰ 5, ਬੰਦੇ ਨੇ ਬਿਨਾਂ ਸੋਚੇ ਕੀ ਕਿੱਥੋਂ ਉਜਾੜ ਲਿਆ ਹੈ? ਬੰਦੇ ਨੇ ਬਿਨਾਂ ਸੋਚੇ ਧਰਤੀ ਤੋਂ ਜੰਗਲ, ਰੁੱਖ ਉਜਾੜ ਦਿੱਤੇ ਹਨ ਅਤੇ ਉਸ ਦੀ ਹਰਿਆਲੀ ਨੂੰ ਖਤਮ ਕਰ ਦਿੱਤਾ ਹੈ। ਪ੍ਰਸ਼ਨ ਨੰਬਰ 6, ਕਵੀ ਨੇ ਰੁੱਖਾਂ ਤੋਂ ਬਿਨਾਂ ਧਰਤੀ ਦੀ ਤੁਲਨਾ ਕਿਸ ਨਾਲ ਕੀਤੀ ਹੈ? ਕਵੀ ਨੇ ਰੁੱਖਾਂ ਤੋਂ ਬਿਨਾਂ ਧਰਤੀ ਦੀ ਤੁਲਨਾ
ਉਸ ਮਾਂ ਨਾਲ ਕੀਤੀ ਹੈ ਜਿਹੜੀ ਬੱਚੇ ਤੋਂ ਬਿਨਾਂ ਹੈ। ਕੀ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ? ਹਾਂ, ਅਸੀਂ ਇਸ ਵਿਚਾਰ ਨਾਲ ਬਿਲਕੁਲ ਸਹਿਮਤ ਹਾਂ। ਤੁਸੀਂ ਇਸ ਦੀ ਸੰਭਾਲ ਵਿੱਚ ਕਿਵੇਂ ਯੋਗਦਾਨ ਪਾਓਗੇ? ਆਪਣੇ ਵਿਚਾਰ 50-60 ਲਾਈਨਾਂ ਵਿੱਚ ਲਿਖੋ। ਇਸ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਆਪਣੇ ਆਪਣੇ ਸਾਥੀਆਂ ਨਾਲ ਮਿਲ ਕੇ ਪਾਰਕਾਂ ਵਿੱਚ, ਹਸਪਤਾਲਾਂ ਵਿੱਚ ਅਤੇ ਸੜਕਾਂ ਦੇ ਕਿਨਾਰੇ ਮਿਲ ਕੇ ਰੁੱਖ ਲਗਾਉਣੇ ਚਾਹੀਦੇ ਹਨ। ਉਹਨਾਂ ਨੂੰ ਪਾਣੀ ਦੇਣਾ ਚਾਹੀਦਾ ਹੈ ਅਤੇ ਉਹਨਾਂ ਦੀ ਸੰਭਾਲ ਰੱਖਣੀ ਚਾਹੀਦੀ ਹੈ ਅਤੇ ਰੁੱਖਾਂ ਨੂੰ ਕੱਟਣ ਵਾਲਿਆਂ ਨੂੰ ਜੁਰਮਾਨਾ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਰੁੱਖਾਂ ਦੀ ਸਾਂਭ ਸੰਭਾਲ ਕਰ ਸਕਦੇ ਹਾਂ। ਪ੍ਰਸ਼ਨ ਨੰਬਰ 3, ਹੇਠ ਦਿੱਤੀਆਂ ਕਾਵਿ ਸਤਰਾਂ ਪੜ੍ਹ ਕੇ ਪੁੱਛੇ ਗਏ ਪ੍ਰਸ਼ਨ ਦੇ ਉੱਤਰ ਦਿਓ। ਸੂਬਾ ਨੰਬਰ 1 ਬਣੇ, ਆਓ ਲਾਈਏ ਇੰਨੇ ਰੁੱਖ, ਧਰਤੀ 'ਤੇ ਮਹਿਫੂਜ਼ ਰੱਖੀਏ ਪਾਣੀ, ਰੁੱਖ ਤੇ ਕੁੱਖ। ਇਸ ਵਿੱਚ ਪਹਿਲਾ ਕੁਐਸਚਨ ਹੈ, ਕਵੀ ਅਨੁਸਾਰ ਨੰਬਰ 1 ਸੂਬਾ ਕਿਵੇਂ ਬਣਾਇਆ ਜਾ ਸਕਦਾ ਹੈ? ਉੱਤਰ, ਜਦੋਂ ਅਸੀਂ ਵੱਧ ਤੋਂ ਵੱਧ ਦਰੱਖਤ ਲਾਵਾਂਗੇ ਅਤੇ ਪਾਣੀ ਬਚਾਵਾਂਗੇ ਅਤੇ ਕੁੜੀਆਂ ਨੂੰ ਪੇਟ ਵਿੱਚ ਹੀ ਨਹੀਂ ਮਾਰਾਂਗੇ। ਪ੍ਰਸ਼ਨ ਨੰਬਰ 2, ਧਰਤੀ 'ਤੇ ਕੀ ਸੁਰੱਖਿਅਤ ਰੱਖਣ ਦੀ ਲੋੜ ਹੈ ਅਤੇ ਕਿਉਂ? ਉੱਤਰ, ਧਰਤੀ ਉੱਤੇ ਪਾਣੀ, ਦਰੱਖਤ ਅਤੇ ਲੜਕੀਆਂ ਨੂੰ ਸੁਰੱਖਿਅਤ ਰੱਖਣ ਦੀ ਲੋੜ ਹੈ ਕਿਉਂਕਿ ਇਹ ਸਾਡੇ ਜੀਵਨ ਦਾ ਅਤੇ ਸਮਾਜ ਦਾ ਆਧਾਰ ਹਨ। ਪ੍ਰਸ਼ਨ ਨੰਬਰ 3, ਧੀ ਜੰਮਣ 'ਤੇ ਰੁੱਖ ਕਿਉਂ ਲਗਾਉਣਾ ਚਾਹੀਦਾ ਹੈ? ਕਿਉਂਕਿ ਧੀਆਂ ਮਾਵਾਂ ਵਰਗੀਆਂ ਹਨ। ਵੱਡੇ ਹੋ ਕੇ ਉਹਨਾਂ ਨੇ ਵੀ ਮਾਵਾਂ ਬਣਨਾ ਹੈ। ਜਿਸ ਤਰ੍ਹਾਂ ਮਾਂ ਆਪਣੇ ਬੱਚੇ ਦੀ ਰਾਖੀ ਕਰਦੀ ਹੈ, ਉਸੇ ਤਰ੍ਹਾਂ ਰੁੱਖ ਧਰਤੀ ਦੀ ਰਾਖੀ ਕਰਦੇ ਹਨ। ਇਸ ਕਰਕੇ ਲੜਕੀ ਦੇ ਜੰਮਣ 'ਤੇ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ। ਪ੍ਰਸ਼ਨ ਨੰਬਰ 4, ਇਹਨਾਂ ਸਤਰਾਂ ਦੇ ਕਵੀ ਦਾ ਨਾਂ ਦੱਸੋ। ਉੱਤਰ, ਇਹਨਾਂ ਸਤਰਾਂ ਦੇ ਕਵੀ ਦਾ ਨਾਮ ਜਸਵੰਤ ਸਿੰਘ ਸੇਖੋਂ ਹਨ। ਪਾਠ ਹੁਣ ਅਸੀਂ ਕਲਾਸ 10th ਸਾਹਿਤਕ ਰੰਗ ਭਾਗ 2 ਬੇਬੇ ਰਾਮ ਭਜਨੀ ਇਕਾਂਗੀ ਦੇ ਪ੍ਰਸ਼ਨ ਉੱਤਰ ਕਰਾਂਗੇ। ਇਹ ਇਕਾਂਗੀ ਪ੍ਰੋਫੈਸਰ I.C. ਨੰਦਾ ਦੀ ਲਿਖੀ ਹੋਈ ਹੈ। ਪ੍ਰਸ਼ਨ ਨੰਬਰ 1, ਰਾਮ ਭਜਨੀ ਕੌਣ ਹੈ? ਉੱਤਰ, ਰਾਮ ਭਜਨੀ ਇੱਕ ਧਾਰਮਿਕ ਔਰਤ ਹੈ। ਉਹ ਪੂਜਾ ਪਾਠ ਵਿੱਚ ਬਹੁਤ ਵਿਸ਼ਵਾਸ ਰੱਖਦੀ ਹੈ ਅਤੇ ਆਪਣਾ ਸਾਰਾ ਕੀਮਤੀ ਸਮਾਨ ਪਾਂਧੇ ਨੂੰ ਦਾਨ ਕਰ ਦਿੰਦੀ ਹੈ। ਪ੍ਰਸ਼ਨ ਨੰਬਰ 2, ਪਾਂਧੇ ਨੂੰ ਰਾਮ ਭਜਨੀ ਕੋਲ ਕੌਣ ਲੈ ਕੇ ਆਉਂਦਾ ਹੈ? ਉੱਤਰ, ਪਾਂਧੇ ਨੂੰ ਰਾਮ ਭਜਨੀ ਕੋਲ ਗੁਆਂਢਣ ਲੈ ਕੇ ਆਉਂਦੀ ਹੈ ਜੋ ਕਿ ਰਾਮ ਭਜਨੀ ਦੀ ਚੰਗੀ ਸਹੇਲੀ ਹੈ। ਪ੍ਰਸ਼ਨ ਨੰਬਰ 3, ਰਾਮ ਭਜਨੀ ਨੂੰ ਦੁਸ਼ਾਲਾ ਦਾਨ ਕਰਨ ਲਈ ਕੌਣ ਆਖਦਾ ਹੈ? ਉੱਤਰ, ਰਾਮ ਭਜਨੀ ਨੂੰ ਦੁਸ਼ਾਲਾ ਦਾਨ ਕਰਨ ਲਈ ਸਾਧੂ ਆਖਦਾ ਹੈ। ਪ੍ਰਸ਼ਨ 4, ਵਕੀਲ ਨੇ ਪਾਂਧੇ ਨੂੰ ਕਿਉਂ ਬੁਲਾਇਆ ਸੀ? ਵਕੀਲ ਨੇ ਪਾਂਧੇ ਨੂੰ ਇਸ ਲਈ ਬੁਲਾਇਆ ਸੀ ਕਿਉਂਕਿ ਉਸਦੇ ਘਰ ਲੜਕਾ ਹੋਇਆ ਸੀ ਅਤੇ ਉਸਨੇ ਪਾਂਧੇ ਤੋਂ ਟੇਵਾ ਮਤਲਬ ਕਿ ਜਨਮ ਪੱਤਰੀ ਬਣਵਾਉਣੀ ਸੀ। ਪ੍ਰਸ਼ਨ 5, ਰਾਮ ਭਜਨੀ ਨੇ ਰੇਸ਼ਮੀ ਕੁੜਤੇ ਕਿਸ ਲਈ ਰੱਖੇ ਸਨ? ਉੱਤਰ, ਰਾਮ ਭਜਨੀ ਨੇ ਰੇਸ਼ਮੀ ਕੁੜਤੇ ਆਪਣੀ ਗੁਆਂਢਣ ਦੀ ਨੂੰਹ ਲਈ ਰੱਖੇ ਸਨ। ਪ੍ਰਸ਼ਨ 6, ਅੰਮ੍ਰਿਤਸਰ ਤੋਂ ਕੌਣ ਆਇਆ ਸੀ? ਉੱਤਰ, ਅੰਮ੍ਰਿਤਸਰ ਤੋਂ 2 ਜੁਆਰੀ ਆਏ ਸਨ। ਦੋਵੇਂ ਬੜੇ ਉਸਤਾਦ ਸਨ। ਪ੍ਰਸ਼ਨ 7, ਸ਼ਾਮਦਾਸ ਰਾਮ ਭਜਨੀ ਤੋਂ ਕਿਸ ਚੀਜ਼ ਦੀ ਮੰਗ ਕਰਦਾ ਹੈ? ਉੱਤਰ, ਸ਼ਾਮਦਾਸ ਰਾਮ ਭਜਨੀ ਤੋਂ ਸੋਨੇ ਦੀਆਂ ਚੂੜੀਆਂ ਦੀ ਮੰਗ ਕਰਦਾ ਹੈ। ਪ੍ਰਸ਼ਨ 8, ਮੈਂ ਹਰ ਪਾਸਿਓਂ ਲੁੱਟਿਆ ਗਿਆ, ਓਏ ਮੈਂ ਕੀ ਕਰਾਂ? ਇਹ ਕੌਣ ਤੇ ਕਿਉਂ ਬੋਲਦਾ ਹੈ? ਉੱਤਰ 100 ਸ਼ਬਦਾਂ ਵਿੱਚ ਲਿਖੋ। ਉੱਤਰ, ਇਹ ਸ਼ਬਦ ਬੇਬੇ ਰਾਮ ਭਜਨੀ ਦਾ ਪਤੀ ਸ਼ਾਮਦਾਸ ਕਹਿੰਦਾ ਹੈ। ਸ਼ਾਮਦਾਸ ਜੂਏ ਦੀ ਬਾਜੀ ਹਾਰ ਜਾਂਦਾ ਹੈ ਅਤੇ ਉਸ ਨੇ ਦਾਅ 'ਤੇ 3 ਸੋਨੇ ਦੀਆਂ ਚੂੜੀਆਂ ਲਗਾਈਆਂ ਹੋਈਆਂ ਸਨ। ਦੂਜੇ ਜੁਆਰੀ ਸੋਨੇ ਦੀਆਂ ਚੂੜੀਆਂ ਦੀ ਮੰਗ ਕਰਦੇ ਹਨ ਕਿਉਂਕਿ ਸ਼ਾਮਦਾਸ ਚੂੜੀਆਂ ਹਾਰ ਜਾਂਦਾ ਹੈ
ਪਰ ਜਦ ਉਹ ਉੱਠ ਕੇ ਅੰਦਰੋਂ ਚੂੜੀਆਂ ਕੱਢਣ ਜਾਂਦਾ ਹੈ ਪਰ ਉਸ ਨੂੰ ਉਹ ਨਹੀਂ ਮਿਲਦੀਆਂ। ਇੰਨੇ ਵਿੱਚ ਬੇਬੇ ਰਾਮ ਭਜਨੀ ਆਉਂਦੀ ਹੈ ਤਾਂ ਉਹ ਦੱਸਦੀ ਹੈ ਕਿ ਉਸਨੇ ਤਾਂ ਸਾਰਾ ਸਮਾਨ ਪਾਂਦੇ ਨੂੰ ਦਾਨ ਕਰ ਦਿੱਤਾ ਹੈ। ਇਸ ਤੋਂ ਗੁੱਸਾ ਹੋ ਕੇ ਸ਼ਾਮਦਾਸ ਰਾਮ ਭਜਨੀ ਨੂੰ ਧੱਕਾ ਦੇ ਦਿੰਦਾ ਹੈ ਅਤੇ ਉਸ ਨੂੰ ਉੱਥੋਂ ਚਲੇ ਜਾਣ ਲਈ ਕਹਿੰਦਾ ਹੈ। ਰਾਮ ਭਜਨੀ ਰਾਮ ਰਾਮ ਕਰਦੀ ਘਰੋਂ ਨਿਕਲ ਜਾਂਦੀ ਹੈ ਤੇ ਸ਼ਾਮਦਾਸ ਹੱਕਾ ਬੱਕਾ ਰਹਿ ਜਾਂਦਾ ਹੈ ਤੇ ਉਸਨੂੰ ਕੀਮਤੀ ਚੀਜ਼ਾਂ ਦਾਨ ਕਰਨ ਦਾ ਬਹੁਤ ਵੱਡਾ ਸਦਮਾ ਲੱਗ ਜਾਂਦਾ ਹੈ। ਪ੍ਰਸ਼ਨ ਨੂੰ ਇਕਾਂਗੀ ਦੇ ਵਿਸ਼ੇ ਵਸਤੂ ਤੇ ਵਿਚਾਰ ਕਰੋ। ਉੱਤਰ, ਇਸ ਇਕਾਂਗੀ ਦਾ ਵਿਸ਼ੇ ਵਸਤੂ ਸਾਡੇ ਸਮਾਜ ਵਿੱਚ ਫੈਲੀਆਂ ਜੂਏ ਅਤੇ ਸ਼ਰਾਬ ਵਰਗੀਆਂ ਬੁਰਾਈਆਂ ਤੇ ਆਧਾਰਿਤ ਹੈ ਅਤੇ ਦੂਜਾ ਧਾਰਮਿਕ ਪਖੰਡਾਂ ਅਤੇ ਵਹਿਮਾਂ ਭਰਮਾਂ ਤੇ ਚੋਟ ਕਰਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਸ਼ਰਾਬੀ ਅਤੇ ਜੁਆਰੀ ਆਪਣਾ ਸਾਰਾ ਸਮਾਨ ਤੇ ਕੀਮਤੀ ਚੀਜ਼ਾਂ ਅਤੇ ਜ਼ਿੰਦਗੀ ਗਲਤ ਕੰਮਾਂ ਵਿੱਚ ਹੀ ਗਾਲ ਦਿੰਦੇ ਹਨ। ਦੂਜੇ ਪਾਸੇ ਬੇਬੇ ਰਾਮ ਭਜਨੀ ਵਰਗੇ ਲੋਕ ਵੀ ਹਨ ਜੋ ਆਪਣੇ ਮਾਨਸਿਕ ਸ਼ਾਂਤੀ ਅਤੇ ਸਵਰਗ ਵਿੱਚ ਜਾਣ ਲਈ ਦਾਨ ਪੁੰਨ ਕਰਦੇ ਰਹਿੰਦੇ ਹਨ। ਸਮਾਜ ਵਿੱਚ ਕੁਝ ਅਜਿਹੇ ਲੋਕ ਵੀ ਹਨ ਜੋ ਧਰਮ ਦੇ ਨਾਂ 'ਤੇ ਭੋਲੇ ਭੋਲੇ ਲੋਕਾਂ ਨੂੰ ਲੁੱਟ ਲੈਂਦੇ ਹਨ। ਰੱਬ ਦੇ ਨਾਂ 'ਤੇ ਅਤੇ ਪ੍ਰਚਾਰ ਉੱਤੇ ਲੁੱਟਣਾ ਇੱਕ ਬਹੁਤ ਹੀ ਵੱਡੀ ਸਮਾਜਿਕ ਬੁਰਾਈ ਹੈ। ਇਨਸਾਨ ਨੂੰ ਆਪਣੀ ਸਾਰੀ ਉਮਰ ਦੀ ਕਮਾਈ ਪਾਂਦੇ ਵਰਗੇ ਲੋਕਾਂ ਨੂੰ ਨਹੀਂ ਲੁਟਾਉਣੀ ਚਾਹੀਦੀ। ਜੋ ਲੋਕ ਦਾਨ ਪੁੰਨ ਦੇ ਨਾਂ 'ਤੇ ਠੱਗਦੇ ਹਨ ਉਹਨਾਂ ਬੁਰਾਈਆਂ ਨੂੰ ਸਮਾਜ ਤੋਂ ਦੂਰ ਕਰਨਾ ਚਾਹੀਦਾ ਹੈ। ਪ੍ਰਸ਼ਨ ਨੰਬਰ 10 ਬੇਬੇ ਰਾਮ ਭਜਨੀ ਦਾ ਚਰਿੱਤਰ ਆਪਣੇ ਸ਼ਬਦਾਂ ਵਿੱਚ ਲਿਖੋ। ਉੱਤਰ, ਬੇਬੇ ਰਾਮ ਭਜਨੀ ਇਕਾਂਗੀ ਦੀ ਮੁੱਖ ਪਾਤਰ ਹੈ। ਉਹ ਇੱਕ ਅਧੇੜ ਉਮਰ ਦੀ ਧਾਰਮਿਕ ਵਿਚਾਰਾਂ ਵਾਲੀ ਔਰਤ ਹੈ ਅਤੇ ਉਹ ਦਾਨ ਪੁੰਨ ਵਿੱਚ ਬਹੁਤ ਵਿਸ਼ਵਾਸ ਰੱਖਦੀ ਹੈ ਅਤੇ ਉਹ ਕਹਿੰਦੀ ਹੈ ਕਿ ਆਪਣਾ ਜਨਮ ਸੁਧਾਰਨ ਲਈ ਦਾਨ ਪੁੰਨ ਕਰਦੇ ਰਹਿਣਾ ਚਾਹੀਦਾ ਹੈ। ਉਸ ਦਾ ਪਤੀ ਇੱਕ ਜੁਆਰੀ ਅਤੇ ਸ਼ਰਾਬੀ ਹੈ ਜਿਸ ਕਾਰਨ ਰਾਮ ਭਜਨੀ ਨੂੰ ਇਹ ਚਿੰਤਾ ਸਤਾਉਂਦੀ ਰਹਿੰਦੀ ਹੈ ਕਿ ਉਸ ਦੇ ਪਤੀ ਨੇ ਸਾਰੀਆਂ ਚੀਜ਼ਾਂ ਜੂਏ ਵਿੱਚ ਹੀ ਗਵਾ ਦੇਣੀਆਂ ਹਨ। ਇਸ ਕਰਕੇ ਬੇਬੇ ਰਾਮ ਭਜਨੀ ਸਾਰੀਆਂ ਚੀਜ਼ਾਂ ਨੂੰ ਦਾਨ ਦੇਣਾ ਹੀ ਵਧੀਆ ਸਮਝਦੀ ਹੈ। ਉਹ ਸਾਧੂ ਨੂੰ ਵੀ ਉਸ ਦੇ ਮੂੰਹ ਮੰਗੀਆਂ ਚੀਜ਼ਾਂ ਦੇ ਦਿੰਦੀ ਹੈ ਅਤੇ ਬਾਕੀ ਕੀਮਤੀ ਸਮਾਨ ਇੱਥੋਂ ਤੱਕ ਕਿ ਆਪਣੇ ਗਹਿਣੇ ਅਤੇ ਹੋਰ ਸਮਾਨ ਪਾਂਦੇ ਨੂੰ ਦੇ ਦਿੰਦੀ ਹੈ। ਉਹ ਸ਼ਰਾਬੀ ਪਤੀ ਤੋਂ ਬਹੁਤ ਪਰੇਸ਼ਾਨ ਹੈ। ਉਸਨੂੰ ਰਾਮ ਪਰਮਾਤਮਾ ਉੱਪਰ ਬਹੁਤ ਭਰੋਸਾ ਹੈ। ਜਦੋਂ ਉਸ ਦਾ ਪਤੀ ਜੂਏ ਵਿੱਚ ਹਾਰ ਕੇ ਉਸ ਤੋਂ ਚੂੜੀਆਂ ਦੀ ਮੰਗ ਕਰਦਾ ਹੈ ਤਾਂ ਉਹ ਸਾਰਾ ਸੱਚ ਦੱਸ ਦਿੰਦੀ ਹੈ ਕਿ ਉਸਨੇ ਸਾਰਾ ਸਮਾਨ ਦਾਨ ਕਰ ਦਿੱਤਾ ਤੇ ਪਤੀ ਦੇ ਗੁੱਸਾ ਕਰਨ 'ਤੇ ਅਖੀਰ ਉਹ ਘਰੋਂ ਨਿਕਲ ਜਾਂਦੀ ਹੈ।